11th ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਆਪਾਂ ਇਤਿਹਾਸ ਦਾ ਪਾਠ ਨੰਬਰ 7 ਰਾਜਪੂਤ ਅਤੇ ਉਹਨਾਂ ਦਾ ਸਮਾਂ ਦਾ ਰਾਜਪੂਤਸ ਐਂਡ ਦੇਅਰ ਪੀਰੀਅਡ ਅੱਜ ਆਪਾਂ ਇਹ ਪਾਠ ਕਰਾਂਗੇ ਔਰ ਸਾਰੇ ਬੱਚਿਆਂ ਨੇ ਧਿਆਨ ਨਾਲ ਇਸ ਪਾਠ ਦੇ ਬਾਰੇ ਜਾਣਨਾ ਹੈ। ਤਾਂ ਰਾਜਪੂਤ ਬੇਟੇ ਆਪਾਂ ਇਸ ਤੋਂ ਪਹਿਲਾਂ ਆਪਾਂ ਹਰਸ਼ਵਰਧਨ ਬਾਰੇ ਪੜ੍ਹਿਆ ਸੀ ਔਰ ਉਸ ਤੋਂ ਬਾਅਦ ਕਿਸੇ 8ਵੀਂ ਅਤੇ 9ਵੀਂ ਸਦੀ ਵਿੱਚ ਉੱਤਰੀ ਭਾਰਤ ਵਿੱਚ ਹੋਣ ਵਾਲਾ ਸੰਘਰਸ਼ ਤਿੰਨ ਦਲੀ ਸੰਘਰਸ਼ ਦੇ ਨਾਂ ਨਾਲ ਪ੍ਰਸਿੱਧ ਹੋਇਆ। ਤਾਂ ਬੇਟੇ ਉਸ ਸਮੇਂ ਤਿੰਨ ਮਹਾਨ ਸ਼ਕਤੀਆਂ ਸੀ ਜਿਨ੍ਹਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਸੀ ਸ਼ਕਤੀ ਨੂੰ ਲੈ ਕੇ। ਉਹ ਕਿਹੜੇ ਸੀ? ਰਾਸ਼ਟਰਕੂਟ, ਪ੍ਰਤੀਹਾਰ ਅਤੇ ਪਾਲ ਜਾਂ ਪਾਲਾਂ ਦੇ ਵਿਚਕਾਰ ਕਨੌਜ ਨੂੰ ਪ੍ਰਾਪਤ ਕਰਨ ਲਈ ਹੋ ਰਿਹਾ ਸੀ। ਤਾਂ ਕਨੌਜ ਬੇਟੇ ਉਸ ਸਮੇਂ ਇੱਕ ਪ੍ਰਸਿੱਧ ਜਿਹੜਾ ਸ਼ਕਤੀ ਦਾ ਇੱਕ ਕੇਂਦਰ ਸੀ ਔਰ ਉਸ ਨੂੰ ਪ੍ਰਾਪਤ ਕਰਨ ਲਈ ਰਾਸ਼ਟਰਕੂਟ, ਪ੍ਰਤੀਹਾਰ ਔਰ ਜਿਹੜਾ ਪਾਲਾ ਰਾਜੇ ਉਹ ਸੀ ਉਹਨੂੰ ਪ੍ਰਾਪਤ ਕਰਨ ਲਈ ਯਤਨ ਕਰ ਰਹੇ ਸੀ। ਕਨੌਜ ਉੱਤਰੀ ਭਾਰਤ ਦਾ ਪ੍ਰਸਿੱਧ ਨਗਰ ਸੀ। ਇਹ ਨਗਰ ਹਰਸ਼ਵਰਧਨ ਦੀ ਰਾਜਧਾਨੀ ਸੀ। ਹਾਂਜੀ ਬੇਟੇ, ਆਪਾਂ ਪਿਛਲਾ ਪਾਠ ਪੜ੍ਹਿਆ ਸੀ ਹਰਸ਼ਵਰਧਨ, ਜਿਹਦੇ ਵਿੱਚ ਉਹ ਕਨੌਜ ਨੂੰ ਉਸਨੇ ਆਪਣੀ ਰਾਜਧਾਨੀ ਬਣਾਇਆ ਸੀ। ਉੱਤਰੀ ਭਾਰਤ ਵਿੱਚ ਇਹ ਨਗਰ ਦੀ ਸਥਿਤੀ ਬਹੁਤ ਚੰਗੀ ਸੀ ਕਿਉਂਕਿ ਇਸ ਨਗਰ ਉੱਤੇ ਅਧਿਕਾਰ ਕਰਨ ਵਾਲਾ ਸ਼ਾਸਕ ਗੰਗਾ ਦੇ ਮੈਦਾਨ ਉੱਤੇ ਅਧਿਕਾਰ ਕਰ ਸਕਦਾ ਸੀ। ਇਸ ਲਈ ਉਸ ਉੱਤੇ ਅਧਿਕਾਰ ਕਰਨ ਲਈ ਕਈ ਲੜਾਈਆਂ ਲੜੀਆਂ ਗਈਆਂ। ਇਹ ਸੰਘਰਸ਼ ਵਿੱਚ ਰਾਸ਼ਟਰਕੂਟ, ਪ੍ਰਤੀਹਾਰ ਅਤੇ ਪਾਲ ਨਾਮੀ ਤਿੰਨ ਮੁੱਖ ਰਾਜਵੰਸ਼ ਭਾਗ ਲੈ ਰਹੇ ਸਨ। ਇਹਨਾਂ ਰਾਜਵੰਸ਼ਾਂ ਨੇ ਵਾਰੀ-ਵਾਰੀ ਕਨੌਜ ਉੱਤੇ ਕਬਜ਼ਾ ਕਰ ਲਿਆ। ਤਾਂ ਰਾਸ਼ਟਰਕੂਟ, ਪ੍ਰਤੀਹਾਰ ਅਤੇ ਪਾਲ ਤਿੰਨ ਰਾਜਾਂ ਦੇ ਲਈ ਇਹ ਸੰਘਰਸ਼ ਦੇ ਭਿਆਨਕ ਸਿੱਟੇ ਨਿਕਲੇ। ਉਹ ਕਾਫੀ ਸਮੇਂ ਤੱਕ ਲੜਾਈਆਂ ਵਿੱਚ ਉਲਝੇ ਰਹੇ। ਹੌਲੀ ਹੌਲੀ ਉਹਨਾਂ ਦੇ ਸੈਨਿਕ ਸ਼ਕਤੀ ਘੱਟ ਹੋ ਗਈ ਅਤੇ ਰਾਜਨੀਤਿਕ ਢਾਂਚਾ ਵਿਗੜ ਗਿਆ। ਸਿੱਟੇ ਵਜੋਂ 100 ਸਾਲ ਦੇ ਅੰਦਰ ਇਹ ਤਿੰਨੇ ਰਾਜਾਂ ਦਾ ਪਤਨ ਹੋ ਗਿਆ। ਰਾਸ਼ਟਰਕੂਟਾਂ ਉੱਤੇ ਉੱਤਰਕਾਲੀਨ ਚਾਲੁਕਿਆਂ ਨੇ ਕਬਜ਼ਾ ਕਰ ਲਿਆ। ਪ੍ਰਤੀਹਾਰ ਰਾਜਾਂ ਨੇ ਛੋਟੇ ਰਾਜਾਂ ਵਿੱਚ ਵੰਡਿਆ ਗਿਆ ਅਤੇ ਪਾਲ ਵੰਸ਼ ਦੀ ਸ਼ਕਤੀ ਨੂੰ ਚੋਲਾ ਨੇ ਖਤਮ ਕਰ ਦਿੱਤਾ। ਤਾਂ ਬੇਟੇ ਉਸ ਸਮੇਂ ਤਿੰਨ ਜਿਹੜੀ ਸੀ ਟ੍ਰਿਪਰੇਟ ਸਟਰਗਲ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤ੍ਰੈਪੱਖੀ ਜਿਹੜਾ ਸੰਘਰਸ਼ ਚੱਲ ਰਿਹਾ ਸੀ ਰਾਸ਼ਟਰਕੂਟ, ਪ੍ਰਤੀਹਾਰ ਅਤੇ ਪਾਲਾਂ ਦੇ ਵਿਚਕਾਰ ਕਨੌਜ ਨੂੰ ਪ੍ਰਾਪਤ ਕਰਨ ਵਾਸਤੇ, ਜੋ ਕਿ ਹਰਸ਼ਵਰਧਨ ਦੀ ਰਾਜਧਾਨੀ ਸੀ। ਤਾਂ ਉਹ ਇਸ ਪਾਠ ਦੇ ਨਾਲ ਹੋਰ ਸੰਬੰਧਿਤ ਅਗਲਾ ਪ੍ਰਸ਼ਨ ਆਪਾਂ ਕਰਦੇ ਹਾਂ, ਜਿਹੜਾ ਉਹ ਬੇਟੇ ਪ੍ਰਸ਼ਨ ਕਿਹੜਾ ਹੈ ਕਿ ਰਾਜਪੂਤ ਬੇਟੇ ਜਿਹੜਾ ਸੀ ਰਾਜਪੂਤ ਕੌਣ ਸਨ? ਉਹਨਾਂ ਦੀ ਉਤਪਤੀ ਦੇ ਬਾਰੇ ਆਪਣੇ ਵਿਚਾਰ ਲਿਖੋ। ਤਾਂ ਬੇਟੇ ਇੰਪੋਰਟੈਂਟ ਪ੍ਰਸ਼ਨ ਹੈ ਕਿ ਰਾਜਪੂਤ ਕੌਣ ਸਨ। ਇਸ ਵਿਸ਼ੇ ਬਾਰੇ ਇਤਿਹਾਸਕਾਰਾਂ ਵਿੱਚ ਬੜਾ ਮਤਭੇਦ ਹੈ। ਉਹ ਉਹਨਾਂ ਦੀ ਉਤਪਤੀ ਦੇ ਬਾਰੇ ਵਿੱਚ ਕਈ ਸਿਧਾਂਤ ਪੇਸ਼ ਕਰਦੇ ਹਨ। ਇਹਨਾਂ ਵਿੱਚੋਂ ਜੋ ਪ੍ਰਮੁੱਖ ਸਿਧਾਂਤ ਉਹ ਕੀ ਹੈ? ਵਿਦੇਸ਼ਾਂ ਤੋਂ ਉਤਪਤੀ ਦਾ ਸਿਧਾਂਤ, ਵਿਦੇਸ਼ੀਆਂ ਤੋਂ। ਤਾਂ ਕਿ ਇਹ ਸਿਧਾਂਤ ਨੂੰ ਕਰਨਲ ਟਾਂਡ ਨੇ ਪੇਸ਼ ਕੀਤਾ ਹੈ। ਉਹਨਾਂ ਦੇ ਅਨੁਸਾਰ ਰਾਜਪੂਤ ਹੂਣ, ਸ਼ੱਕਾਂ ਅਤੇ ਕੁਸ਼ਾਨ ਆਦਿ ਵਿਦੇਸ਼ੀ ਜਾਤੀਆਂ ਦੇ ਵੰਸ਼ਜ ਸਨ। ਇਹਨਾਂ ਵਿਦੇਸ਼ੀ ਜਾਤਾਂ ਦੇ ਲੋਕ ਨੇ ਭਾਰਤੀਆਂ ਨਾਲ ਵਿਆਹ ਸੰਬੰਧ ਜੋੜੇ ਅਤੇ ਆਪ ਭਾਰਤ ਵਿੱਚ ਵਸ ਗਏ। ਇਹਨਾਂ ਲੋਕਾਂ ਦੀ ਸੰਤਾਨ ਰਾਜਪੂਤ ਅਖਵਾਈ। ਕਰਨਲ ਟਾਂਡ ਦਾ ਕਹਿਣਾ ਹੈ ਕਿ ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਰਾਜਪੂਤ ਨਾਂ ਦੇ ਸ਼ਬਦ ਦੀ ਵਰਤੋਂ ਕਿਤੇ ਵੀ ਨਹੀਂ ਮਿਲਦੀ, ਇਸ ਲਈ ਉਹ ਜ਼ਰੂਰੀ ਹੀ ਵਿਦੇਸ਼ੀਆਂ ਦੇ ਵੰਸ਼ਜ ਹਨ। ਅਗਲਾ ਬੇਟੇ ਖਸ਼ਤਰੀਆਂ ਦੀ ਉਤਪਤੀ ਦਾ ਸਿਧਾਂਤ। ਇਹ ਸਿਧਾਂਤ ਵੇਦ ਵਿਆਸ ਨੇ ਪੇਸ਼ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਰਾਜਪੂਤ ਖਸ਼ਤਰੀਆਂ ਦੇ ਹੀ ਵੰਸ਼ਜ ਸਨ ਅਤੇ ਰਾਜਪੂਤ ਸ਼ਬਦ ਰਾਜਪੁੱਤਰ ਜਿਸ ਦਾ ਮਤਲਬ ਹੈ ਖਸ਼ਤਰੀ ਦਾ ਵਿਗੜਿਆ ਹੋਇਆ ਰੂਪ ਹੈ। ਇਸ ਦਾ ਇਲਾਵਾ ਰਾਜਪੂਤ ਦੇ ਰੀਤੀ ਰਿਵਾਜ ਵੈਦਿਕ ਖਸ਼ਤਰੀਆਂ ਨਾਲ ਮੇਲ ਖਾਂਦੇ ਹਨ। ਅਗਲਾ ਬੇਟੇ ਜਿਹੜਾ ਸਿਧਾਂਤ ਹੈ ਉਹ ਮੂਲ ਨਿਵਾਸੀਆਂ ਤੋਂ ਉਤਪਤੀ ਦਾ ਸਿਧਾਂਤ। ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਰਾਜਪੂਤ ਵਿਦੇਸ਼ੀ ਨਾ ਹੋ ਕੇ ਭਾਰਤ ਦੇ ਮੂਲ ਨਿਵਾਸੀਆਂ ਦੇ ਵੰਸ਼ਜ ਹਨ। ਇਸ ਸਿਧਾਂਤ ਦੇ ਪੱਖ ਵਿੱਚ ਕਿਹਾ ਜਾਂਦਾ ਹੈ ਕਿ ਚੰਦੇਲ ਰਾਜਪੂਤਾਂ ਦਾ ਸੰਬੰਧ ਭਾਰਤ ਦੀ ਗੌਂਡ ਜਾਤੀ ਨਾਲ ਹੈ, ਪਰ ਵਧੇਰੇ ਇਤਿਹਾਸਕਾਰ ਇਹ ਸਿਧਾਂਤ ਨੂੰ ਸੱਚ ਨਹੀਂ ਮੰਨਦੇ। ਅਗਲਾ ਸਿਧਾਂਤ ਹੈ ਅਗਨੀਕੁੰਡ ਦਾ ਸਿਧਾਂਤ। ਇਸ ਸਿਧਾਂਤ ਦੇ ਵਰਣਨ ਚੰਦ ਬਰਦਈ ਨੇ ਆਪਣੀ ਪੁਸਤਕ ਪ੍ਰਿਥਵੀ ਰਾਜ ਰਾਸੋ ਵਿੱਚ ਕੀਤੀ। ਬੇਟੇ ਚੰਦ ਬਰਦਈ ਜਿਹੜਾ ਕਿ ਪ੍ਰਿਥਵੀ ਰਾਜ ਦਾ ਜਿਹੜਾ ਉਸ ਸਮੇਂ ਦਾ ਰਾਜਾ ਹੈ, ਉਸ ਦਾ ਜਿਹੜਾ ਕੀ ਹੈ ਦਰਬਾਰੀ ਕਵੀ ਸੀ। ਇਸ ਸਿਧਾਂਤ ਅਨੁਸਾਰ ਰਾਜਪੂਤ ਜੱਗ ਦੀ ਅਗਨੀ ਵਿੱਚੋਂ ਜੰਮੇ ਸਨ। ਕਿਹਾ ਜਾਂਦਾ ਹੈ ਕਿ ਪਰਸ਼ੂਰਾਮ ਨੇ ਸਾਰੇ ਖਸ਼ਤਰੀਆਂ ਦਾ ਨਾਸ਼ ਕਰ ਦਿੱਤਾ ਸੀ, ਜਿਸ ਦੇ ਕਾਰਨ ਦੇਵਤਿਆਂ ਦੀ ਰੱਖਿਆ ਕਰਨ ਵਾਲਾ ਕੋਈ ਬਹਾਦਰ ਧਰਤੀ ਉੱਤੇ ਨਹੀਂ ਰਿਹਾ ਸੀ। ਇਸ ਲਈ ਉਹਨਾਂ ਨੇ ਮਿਲ ਕੇ ਆਬੂ ਪਰਬਤ ਉੱਤੇ ਯੱਗ ਕੀਤਾ। ਯੱਗ ਦੀ ਅੱਗ ਵਿੱਚ 4 ਬਹਾਦਰ ਪੁਰਖ ਨਿਕਲੇ, ਜਿਨ੍ਹਾਂ ਦੇ 4 ਮਹਾਨ ਰਾਜਪੂਤ ਵੰਸ਼ਾਂ ਪਰਿਹਾਰ, ਪਰਮਾਰ, ਚੌਹਾਨ ਅਤੇ ਚਾਲੁਕਿਆਂ ਦੀ ਨੀਂਹ ਰੱਖੀ। ਪਰ ਵਧੇਰੇ ਇਤਿਹਾਸਕਾਰ ਇਸ ਸਿਧਾਂਤ ਨੂੰ ਕੋਰੀ ਕਲਪਨਾ ਹੀ ਮੰਨਦੇ ਹਨ। ਅਗਲਾ ਬੇਟੇ ਹੈਗਾ ਮਿਸ਼ਰਤ ਉਤਪਤੀ ਦਾ ਸਿਧਾਂਤ। ਇਹ ਸਿਧਾਂਤ ਡਾਕਟਰ V.A. ਸਮਿਥ ਨੇ ਪੇਸ਼ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਰਾਜਪੂਤ ਨਾ ਤਾਂ ਪੂਰੀ ਤਰ੍ਹਾਂ ਵਿਦੇਸ਼ੀਆਂ ਦੀ ਸੰਤਾਨ ਹਨ ਅਤੇ ਨਾ ਹੀ ਭਾਰਤੀਆਂ ਦੀ। ਰਾਜਪੂਤ ਅਸਲ ਵਿੱਚ ਇੱਕ ਮਿਲੀ ਜੁਲੀ ਜਾਤੀ ਹੈ। ਉਹਨਾਂ ਦੇ ਅਨੁਸਾਰ ਕੁਝ ਰਾਜਪੂਤਾਂ ਦੀ ਉਤਪਤੀ ਸ਼ਕ, ਹੂਣ, ਕੁਸ਼ਾਨ ਆਦਿ ਵਿਦੇਸ਼ੀ ਜਾਤੀਆਂ ਤੋਂ ਹੋਈ ਸੀ ਅਤੇ ਕੁਝ ਰਾਜਪੂਤ ਭਾਰਤ ਦੇ ਮੂਲ ਨਿਵਾਸੀਆਂ ਅਤੇ ਪ੍ਰਾਚੀਨ ਖਸ਼ਤਰੀਆਂ ਤੋਂ ਪੈਦਾ ਹੋਏ ਸਨ।
ਉਹਨਾਂ ਦਾ ਵਿਚਾਰ ਹੈ ਕਿ ਆਬੂ ਪਰਬਤ ਉੱਤੇ ਕੀਤਾ ਗਿਆ ਯੱਗ ਰਾਜਪੂਤਾਂ ਦੀ ਸ਼ੁੱਧੀ ਦੇ ਲਈ ਕੀਤਾ ਗਿਆ ਸੀ, ਨਾ ਕਿ ਉੱਥੇ ਰਾਜਪੂਤਾਂ ਦੀ ਉਤਪਤੀ ਹੋਈ ਸੀ। ਇਹਨਾਂ ਸਾਰੇ ਸਿਧਾਂਤਾਂ ਵਿੱਚੋਂ ਸਾਨੂੰ ਡਾਕਟਰ ਸਮਿਥ ਦਾ ਮਿਸ਼ਰਤ ਉਤਪਤੀ ਦਾ ਸਿਧਾਂਤ ਕਾਫੀ ਹੱਦ ਤੱਕ ਠੀਕ ਲੱਗਦਾ ਹੈ। ਉਹਨਾਂ ਦੇ ਸਿਧਾਂਤ ਨੂੰ ਦੂਸਰੇ ਅਨੇਕਾਂ ਵਿਦਵਾਨਾਂ ਨੇ ਵੀ ਕਬੂਲ ਕਰ ਲਿਆ। ਤਾਂ ਬੇਟੇ ਇਹ ਸੀ ਜਿਹੜਾ ਕੀ ਹੈ, ਰਾਜਪੂਤ ਇੱਕ ਬੜੀ ਮਹਾਨ ਜਾਤੀ ਜਿਹੜੀ ਯੋਧਾ ਜਾਤੀ ਜਿਹੜੀ ਹੋਈ ਹੈ, ਔਰ ਉਹਨਾਂ ਦੀ ਉਤਪਤੀ ਦੇ ਬਾਰੇ ਅਲੱਗ-ਅਲੱਗ ਥਿਊਰੀਆਂ ਹਨ, ਔਰ ਸਭ ਤੋਂ ਜ਼ਿਆਦਾ ਜਿਹੜਾ ਮੰਨਣ ਵਾਲਾ ਸਿਧਾਂਤ ਹੈ ਡਾਕਟਰ ਸਮਿਥ ਦਾ ਮਿਸ਼ਰਤ ਉਤਪਤੀ ਦਾ ਸਿਧਾਂਤ। ਤਾਂ ਪ੍ਰਸ਼ਨ ਦੂਸਰਾ ਆ ਗਿਆ, ਰਾਜਪੂਤ ਜਾਂ ਉੱਤਰ ਭਾਰਤ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸੰਸਕ੍ਰਿਤਿਕ ਜੀਵਨ ਦਾ ਵੇਰਵਾ ਦਿਓ। ਤਾਂ ਰਾਜਪੂਤਾਂ ਦੇ 3 ਉੱਤਰ ਭਾਰਤ ਦੇ ਰਾਜਨੀਤਿਕ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। ਤਾਂ 647 ਈਸਵੀ ਤੋਂ ਲੈ ਕੇ 1192 ਈਸਵੀ ਤੱਕ ਉੱਤਰੀ ਭਾਰਤ ਵਿੱਚ ਅਨੇਕਾਂ ਛੋਟੇ ਰਾਜ ਸਨ। ਇਨ੍ਹਾਂ ਰਾਜਾਂ ਦੇ ਸ਼ਾਸਕ ਰਾਜਪੂਤ ਸਨ। ਇਸ ਲਈ ਭਾਰਤੀ ਇਤਿਹਾਸ ਵਿੱਚ ਇਹ ਯੁੱਗ ਨੂੰ ਰਾਜਪੂਤ ਕਾਲ ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਇਸ ਸਮੇਂ ਵਿੱਚ ਉੱਤਰੀ ਭਾਰਤ ਵਿੱਚ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸੰਸਕ੍ਰਿਤਿਕ ਜੀਵਨ ਦਾ ਵਰਣਨ ਇਸ ਪ੍ਰਕਾਰ ਹੈ। ਰਾਜਨੀਤਿਕ ਜੀਵਨ ਕਿਵੇਂ ਸੀ ਬੇਟੇ ਕਿ ਰਾਜਪੂਤਾਂ ਵਿੱਚ ਰਾਜਨੀਤਿਕ ਏਕਤਾ ਦੀ ਘਾਟ ਸੀ। ਸਾਰੇ ਰਾਜਪੂਤ ਰਾਜਾ ਵੱਖ-ਵੱਖ ਰਾਜਾਂ ਦੇ ਸ਼ਾਸਨ ਕਰਦੇ ਸਨ। ਉਹ ਆਪਣੇ ਪ੍ਰਦੇਸ਼ਾਂ ਦੇ ਸ਼ਾਸਕ ਸਨ। ਉਹਨਾਂ ਨੇ ਕਿਸੇ ਪ੍ਰਕਾਰ ਦੇ ਕੇਂਦਰੀ ਵਿਵਸਥਾ ਨਹੀਂ ਕੀਤੀ ਹੋਈ ਸੀ। ਰਾਜਪੂਤ ਰਾਜ ਦਾ ਮੁਖੀ ਰਾਜਾ ਹੁੰਦਾ ਸੀ। ਰਾਜ ਦੀਆਂ ਸਾਰੀਆਂ ਸ਼ਕਤੀਆਂ ਉਸ ਦੇ ਹੱਥ ਵਿੱਚ ਸਨ। ਉਹ ਮੁੱਖ ਸੈਨਾਪਤੀ ਸੀ। ਨਿਯਮਾਂ ਦਾ ਮੁੱਖ ਸੋਮਾ ਵੀ ਉਹੀ ਆਪ ਖੁਦ ਸੀ। ਕੁਝ ਰਾਜਪੂਤ ਰਾਜਾਂ ਵਿੱਚ ਯੁਵਰਾਜ ਅਤੇ ਪਟਰਾਈਆਂ ਵੀ ਸ਼ਾਸਨ ਕੰਮਾਂ ਵਿੱਚ ਰਾਜਾ ਦੀ ਸਹਾਇਤਾ ਕਰਦੀਆਂ ਸਨ। ਰਾਜਾਂ ਦੀ ਸਹਾਇਤਾ ਲਈ ਮੰਤਰੀ ਹੁੰਦੇ ਸਨ। ਇਹਨਾਂ ਦੀ ਨਿਯੁਕਤੀ ਰਾਜਾ ਦੁਆਰਾ ਹੁੰਦੀ ਸੀ। ਤਾਂ ਬੇਟੇ ਉਸ ਸਮੇਂ ਦਾ ਜਿਹੜਾ ਮਾਹੌਲ ਸੀ ਕਿ ਬਹੁਤ ਛੋਟੇ ਰਾਜਾਂ 'ਚ ਵੰਡਿਆ ਸੀ, ਔਰ ਉਹਨਾਂ ਛੋਟੇ ਰਾਜਾਂ ਦੇ ਵਿੱਚ ਜਿਹੜੇ ਕੀ ਸੀ, ਹਰ ਇੱਕ ਜਿਹੜਾ ਖੁਦ ਮੁਖਤਿਆਰ ਰਾਜੇ ਸਨ, ਔਰ ਜਿਨ੍ਹਾਂ ਨੇ ਆਪਦੇ ਅੱਗੇ ਕੰਮ ਦੇ ਲਈ ਕਈ ਵਿਅਕਤੀ ਰੱਖੇ ਹੋਏ ਸਨ। ਸਮਾਜਿਕ ਜੀਵਨ ਕਿਵੇਂ ਸੀ? ਰਾਜਪੂਤਾਂ ਵਿੱਚ ਜਾਤੀ ਬੰਧਨ ਬੜੇ ਕਠੋਰ ਸਨ। ਉਸ ਸਮੇਂ ਉੱਚੇ ਗੋਤ ਵਾਲੇ ਹੇਠਲੇ ਗੋਤ ਨਾਲ ਵਿਆਹ ਨਹੀਂ ਕਰਦੇ ਸਨ। ਰਾਜਪੂਤ ਸਮਾਜ ਵਿੱਚ ਇਸਤਰੀਆਂ ਦਾ ਆਦਰ ਸੀ। ਇਸਤਰੀਆਂ ਯੁੱਧਾਂ ਵਿੱਚ ਹਿੱਸਾ ਲੈਂਦੀਆਂ ਸਨ। ਉਹਨਾਂ ਵਿੱਚ ਪਰਦੇ ਦੀ ਪ੍ਰਥਾ ਨਹੀਂ ਸੀ। ਉਹ ਸਿੱਖਿਅਤ ਸਨ। ਉਹ ਕੁਲ ਦੀਆਂ ਲੜਕੀਆਂ ਸਵੰਬਰ ਦੁਆਰਾ ਆਪਣਾ ਵਰ ਆਪ ਚੁਣਦੀਆਂ ਸਨ। ਧਾਰਮਿਕ ਜੀਵਨ ਕਿਵੇਂ ਸੀ? ਰਾਜਪੂਤ ਹਿੰਦੂ ਦੇਵੀ ਦੇਵਤਿਆਂ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਰਾਮ ਅਤੇ ਕ੍ਰਿਸ਼ਨ ਦੇ ਅਵਤਾਰ ਨੂੰ ਮੰਨ ਕੇ ਉਹਨਾਂ ਦੀ ਪੂਜਾ ਕਰਦੇ ਸਨ। ਉਹਨਾਂ ਵਿੱਚ ਸ਼ਿਵ ਦੀ ਪੂਜਾ ਦਾ ਸਭ ਤੋਂ ਜ਼ਿਆਦਾ ਪ੍ਰਚਲਿਤ ਸੀ। ਰਾਜਪੂਤਾਂ ਵਿੱਚ ਮੂਰਤੀ ਪੂਜਾ ਵੀ ਪ੍ਰਚਲਿਤ ਸੀ। ਉਹਨਾਂ ਆਪਣੇ ਦੇਵਤਿਆਂ ਦੇ ਮੰਦਰ ਬਣਾਏ ਹੋਏ ਸਨ। ਤਾਂ ਵੇਦ, ਰਮਾਇਣ ਅਤੇ ਮਹਾਭਾਰਤ ਉਹਨਾਂ ਦੇ ਜਿਹੜੇ ਪ੍ਰਿਯ ਗ੍ਰੰਥ ਸਨ। ਸੰਸਕ੍ਰਿਤ ਜੀਵਨ ਕਿਵੇਂ ਸੀ? ਰਾਜਪੂਤਾਂ ਨੇ ਵਿਸ਼ਾਲ ਕਿਲ੍ਹੇ ਅਤੇ ਸੁੰਦਰ ਮਹਿਲ ਬਣਾਏ ਸਨ। ਚਿਤੌੜ ਦਾ ਕਿਲ੍ਹਾ ਰਾਜਪੂਤ ਭਵਨ ਨਿਰਮਾਣ ਕਲਾ ਦਾ ਇੱਕ ਸੁੰਦਰ ਉਦਾਹਰਨ ਹੈ। ਜੈਪੁਰ ਅਤੇ ਉਦੈਪੁਰ ਦੇ ਰਾਜ ਮਹਿਲ ਵੀ ਕਲਾ ਦੀ ਦ੍ਰਿਸ਼ਟੀ ਤੋਂ ਉੱਤਮ ਮੰਨੇ ਜਾਂਦੇ ਹਨ। ਉਹਨਾਂ ਦੁਆਰਾ ਬਣਾਏ ਗਏ ਭੁਵਨੇਸ਼ਵਰ ਅਤੇ ਖੁਜਰਾਓ ਦੇ ਮੰਦਰ ਰਾਜਪੂਤਾਂ ਦੀ ਭਵਨ ਨਿਰਮਾਣ ਕਲਾ ਦਾ ਸਰਵ ਉੱਤਮ ਨਮੂਨਾ ਹਨ। ਤਾਂ ਬੇਟੇ ਰਾਜਪੂਤ ਯੁੱਗ ਵਿੱਚ ਸਾਹਿਤ ਨੇ ਵੀ ਬਹੁਤ ਉੱਨਤੀ ਕੀਤੀ। ਮੁੰਜ, ਭੋਜ ਅਤੇ ਪ੍ਰਿਥਵੀਰਾਜ ਆਦਿ ਰਾਜਪੂਤ ਰਾਜਾ ਬਹੁਤ ਵਿਦਵਾਨ ਸਨ। ਉਹਨਾਂ ਨੇ ਸਾਹਿਤ ਦੇ ਵਿਕਾਸ ਵਿੱਚ ਵਿਸ਼ੇਸ਼ ਧਿਆਨ ਦਿੱਤਾ। ਕਲਹਣ ਦੀ ਰਾਜ ਤਰੰਗਣੀ ਅਤੇ ਜੈਦੇਵ ਦੀ ਗੀਤ ਗੋਬਿੰਦ ਇਸ ਕਾਲ ਦੀਆਂ ਮਹੱਤਵਪੂਰਨ ਸਾਹਿਤਕ ਰਚਨਾਵਾਂ ਹਨ। ਤਾਂ ਬੇਟੇ ਅਗਲੇ ਸੈਸ਼ਨ ਵਿੱਚ ਆਪਾਂ ਇਸ ਪਾਠ ਦੇ ਬਾਕੀ ਰਹਿੰਦੇ ਜਿਹੜੇ ਪ੍ਰਸ਼ਨ ਕਰਾਂਗੇ। ਥੈਂਕ ਯੂ ਵੈਰੀ ਮੱਚ।